ਪਿਛਲੇ ਕਈ ਪੇਪਰਾਂ ਵਿੱਚ ਵਾਰ-ਵਾਰ ਰਿਪੀਟ ਹੋਣ ਵਾਲੇ ਪੋਲਿਟੀ ਦੇ ਕੁਝ ਸਵਾਲ। ਤਾਂ ਹੈਲੋ ਦੋਸਤੋ, ਲਰਨ ਡੇਲੀ ਦੇ ਤੁਹਾਡਾ ਸਵਾਗਤ ਹੈ। ਤਾਂ ਅੱਜ ਦੀ ਕਲਾਸ ਦੇ ਵਿੱਚ ਕਰਨ ਜਾ ਰਹੇ ਹਾਂ ਇੰਪੋਰਟੈਂਟ ਤੇ ਮੋਸਟ ਰਿਪੀਟਡ ਸਵਾਲ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਸ਼ੇਅਰ। ਤਾਂ ਕਰਦੇ ਹਾਂ ਅੱਜ ਦੀ ਕਲਾਸ ਦੀ ਸ਼ੁਰੂਆਤ। Who among the following can removed by the process of impeachment ਕਿ ਮਹਾਦੋਸ਼ ਦੀ ਪ੍ਰਕਿਰਿਆ ਦੁਆਰਾ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਹਟਾਇਆ ਜਾ ਸਕਦਾ ਹੈ। ਤਾਂ ਇਹਨਾਂ ਵਿੱਚੋਂ ਕਿਸ ਨੂੰ ਇੰਪੀਚਮੈਂਟ ਦੁਆਰਾ ਜੋ ਹੈ ਆਪਣੀ ਪਦਵੀ ਤੋਂ ਹਟਾਇਆ ਜਾ ਸਕਦਾ ਹੈ। ਤਾਂ ਪ੍ਰੈਜ਼ੀਡੈਂਟ ਨੂੰ ਆਰਟੀਕਲ ਨੰਬਰ 61 ਦੇ ਅਕੋਰਡਿੰਗ ਹਟਾਇਆ ਜਾ ਸਕਦਾ ਹੈ। ਨੈਕਸਟ ਚੱਲਦੇ ਹਾਂ। ਹੂ ਅਪਾਇੰਟਸ ਦੀ ਐਡਵੋਕੇਟ ਜਨਰਲ ਆਫ ਸਟੇਟ ਮਤਲਬ ਕਿ ਰਾਜਾਂ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ। ਗਵਰਨਰ ਆਫ ਦੀ ਸਟੇਟ, ਚੀਫ ਮਿਨਿਸਟਰ ਆਫ ਦੀ ਸਟੇਟ, ਚੀਫ ਜਸਟਿਸ ਆਫ ਦੀ ਹਾਈ ਕੋਰਟ ਐਂਡ ਪ੍ਰੈਜ਼ੀਡੈਂਟ ਆਫ ਇੰਡੀਆ। ਇਹਨਾਂ ਚਾਰਾਂ ਦੇ ਵਿੱਚੋਂ ਜੋ ਐਡਵੋਕੇਟ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ। ਤਾਂ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਦਾ ਹੈ ਜੀ ਗਵਰਨਰ ਆਫ ਸਟੇਟ। ਤਾਂ ਇੱਥੇ ਆਪਣੇ ਕੋਲ ਇੱਕ ਆਉਂਦਾ, ਇਹ ਹੁੰਦਾ ਐਡਵੋਕੇਟ ਜਨਰਲ ਆਫ ਸਟੇਟ। ਇਹ ਸਟੇਟ ਦਾ ਹੁੰਦਾ ਹੈ ਚੀਫ ਲਾਅ ਆਫਿਸਰ ਜਿਹਨੂੰ ਕਿ ਗਵਰਨਰ ਅਪਾਇੰਟ ਕਰਦਾ ਹੈ। ਇੱਕ ਆਪਣੇ ਕੋਲ ਹੁੰਦਾ ਹੈ ਅਟਾਰਨੀ ਜਨਰਲ ਆਫ ਇੰਡੀਆ। ਅਟਾਰਨੀ ਜਨਰਲ ਆਫ ਇੰਡੀਆ ਜਿਸ ਨੂੰ ਕੌਣ ਅਪਾਇੰਟ ਕਰਦਾ ਹੈ, ਜਿਸ ਨੂੰ ਅਪਾਇੰਟ ਕਰਦਾ ਹੈ ਪ੍ਰੈਜ਼ੀਡੈਂਟ। ਨੈਕਸਟ ਆਪਣੇ ਕੋਲ ਆਉਂਦਾ ਹੈ ਵਿਚ ਆਰਟੀਕਲ ਆਫ ਦੀ ਕੌਨਸਟੀਟਿਊਸ਼ਨ ਆਫ ਇੰਡੀਆ ਪ੍ਰੋਵਾਈਡਸ ਦੈਟ ਈਚ ਇੰਡੀਅਨ ਸਟੇਟ ਵਿਲ ਹੈਵ ਅ ਗਵਰਨਰ। ਤਾਂ ਭਾਰਤ ਦੇ ਸੰਵਿਧਾਨ ਦਾ ਕਿਹੜਾ ਅਨੁਛੇਦ ਪ੍ਰਦਾਨ ਕਰਦਾ ਹੈ ਕਿ ਹਰੇਕ ਭਾਰਤੀ ਰਾਜ ਦਾ ਇੱਕ ਗਵਰਨਰ ਹੋਵੇਗਾ। ਆਰਟੀਕਲ ਨੰਬਰ 152, ਆਰਟੀਕਲ ਨੰਬਰ 153, ਆਰਟੀਕਲ ਨੰਬਰ 151, ਆਰਟੀਕਲ ਨੰਬਰ 154। ਤਾਂ ਇਹਨਾਂ ਵਿੱਚੋਂ ਆਰਟੀਕਲ ਨੰਬਰ 153 ਜੋ ਹੈ ਉਹ ਇੱਕ ਰਾਜ ਨੂੰ ਰਾਜਪਾਲ ਯਾਨੀ ਕਿ ਇੱਕ ਗਵਰਨਰ ਜੋ ਹੈ ਉਹ ਨਿਯੁਕਤ ਕਰਦਾ ਹੈ, ਉਹ ਦਿੰਦਾ ਹੈ। ਨੈਕਸਟ ਆਪਣੇ ਕੋਲ ਆਉਂਦਾ ਹੈ ਵਿਚ ਆਫ ਦੀ ਫੋਲੋਇੰਗ ਆਰਟੀਕਲਸ ਪ੍ਰਮੋਟ ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ ਫॉर ਆਲ ਸਿਟੀਜ਼ਨਸ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਆਰਟੀਕਲ ਹੈ ਜੋ ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ ਫॉर ਸਿਟੀਜ਼ਨਸ ਦੇ ਲਈ ਹੁੰਦਾ ਹੈ। ਤਾਂ ਇਹਨਾਂ ਦੇ ਵਿੱਚੋਂ ਹੈ ਜੀ ਆਪਣੇ ਕੋਲੇ 39 ਇਹ ਆਰਟੀਕਲ ਜੋ ਹੈ ਆਪਣੇ ਕੋਲੇ ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ ਦੇ ਲਈ ਹੈ। ਫਾਈਨੈਂਸ਼ੀਅਲ ਐਮਰਜੈਂਸੀ ਪ੍ਰੋਵੀਜ਼ਨਸ ਆਫ ਇੰਡੀਅਨ ਕੌਨਸਟੀਟਿਊਸ਼ਨ ਹੈਵ ਬੀਨ ਬੋਰਡ ਫਰੋਮ ਮਤਲਬ ਕਿ ਭਾਰਤੀ ਸੰਵਿਧਾਨ ਦੇ ਵਿੱਤੀ ਐਮਰਜੈਂਸੀ ਦੇ ਪ੍ਰਬੰਧ ਡੈਸ਼ ਤੋਂ ਲਏ ਗਏ ਹਨ। ਮਤਲਬ ਕਿ ਭਾਰਤ ਦੇ ਅੰਦਰ ਜਿਹੜੀਆਂ ਵੀ ਐਮਰਜੈਂਸੀਜ਼ ਲੱਗਦੀਆਂ ਨੇ ਤਾਂ ਉਹ ਐਮਰਜੈਂਸੀਜ਼ ਜੋ ਹੈ ਉਹ ਸੰਵਿਧਾਨ ਦੇ ਵਿੱਚ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਐਡ ਕੀਤੀਆਂ ਗਈਆਂ ਨੇ। ਤਾਂ ਉਹ ਆਪਣੇ ਕੋਲ ਕੀਤੀਆਂ ਗਈਆਂ ਨੇ ਜੀ ਜਰਮਨ ਕੌਨਸਟੀਟਿਊਸ਼ਨ ਤੋਂ। ਤਾਂ ਜਰਮਨ ਕੌਨਸਟੀਟਿਊਸ਼ਨ ਤੋਂ ਆਪਾਂ ਕੀ ਲਈਆਂ ਸੀ, ਐਮਰਜੈਂਸੀਜ਼ ਲਈਆਂ ਸੀ। ਐਮਰਜੈਂਸੀਜ਼ ਆਪਾਂ ਲਈਆਂ ਜਰਮਨ ਕੌਨਸਟੀਟਿਊਸ਼ਨ ਤੋਂ। ਕਿਹੜੀਆਂ ਐਮਰਜੈਂਸੀਜ਼ ਆਪਣੇ ਕੋਲ ਆ ਜਾਂਦੀਆਂ ਨੇ, ਆਪਣੇ ਕੋਲ ਆ ਜਾਂਦੀਆਂ ਨੇ ਪਹਿਲੀ ਤਾਂ ਆਪਣੇ ਕੋਲ ਲਿਖੀ ਹੋਈ ਜਿਵੇਂ ਫਾਈਨੈਂਸ਼ੀਅਲ ਐਮਰਜੈਂਸੀ, ਫਿਰ ਆਪਣੇ ਕੋਲ ਆ ਜਾਂਦੀ ਹੈ ਸਟੇਟ ਐਮਰਜੈਂਸੀ ਐਂਡ ਥਰਡ ਆਪਣੇ ਕੋਲ ਆ ਜਾਂਦੀ ਹੈ ਨੈਸ਼ਨਲ ਐਮਰਜੈਂਸੀ। ਨੈਕਸਟ ਚੱਲਦੇ ਹਾਂ। The power of judicial review in the Indian Constitution and the provision of independence of judiciary is taken from which country? ਭਾਰਤੀ ਸੰਵਿਧਾਨ ਵਿੱਚ ਨਿਆਇਕਾ ਸਮੀਖਿਆ ਦੀ ਸ਼ਕਤੀ ਅਤੇ ਨਿਆਂਪਾਲਿਕਾ ਦੀ ਸੁਤੰਤਰਤਾ ਦੀ ਵਿਵਸਥਾ ਕਿਸ ਦੇਸ਼ ਤੋਂ ਲਈ ਗਈ ਹੈ। ਤਾਂ ਇਹ ਆਪਣੇ ਕੋਲ ਲਈ ਗਈ ਹੈ ਜੀ ਅਮਰੀਕਾ ਤੋਂ। ਅਮਰੀਕਾ ਤੋਂ ਲਈ ਗਈ ਹੈ ਜੁਡੀਸ਼ਰੀ ਇੰਡੀਪੈਂਡੈਂਸ ਜੁਡੀਸ਼ੀਅਲ ਰਿਵਿਊ। ਤਾਂ ਨੈਕਸਟ ਚੱਲਦੇ ਹਾਂ। ਦੀ ਆਈਡੀਆ ਆਫ ਰੈਜ਼ੀਡੂਅਲ ਪਾਵਰਸ ਇਨ ਇੰਡੀਅਨ ਕੌਨਸਟੀਟਿਊਸ਼ਨ ਹੈਜ਼ ਬੀਨ ਟੇਕਨ ਫਰੋਮ ਦੀ ਕੌਨਸਟੀਟਿਊਸ਼ਨ ਆਫ ਮਤਲਬ ਕਿ ਭਾਰਤੀ ਸੰਵਿਧਾਨ ਵਿੱਚ ਬਚੀਆਂ ਸ਼ਕਤੀਆਂ ਦਾ ਵਿਚਾਰ ਇਹਨਾਂ ਦੇ ਸੰਵਿਧਾਨ ਤੋਂ ਲਿਆ ਗਿਆ ਹੈ। ਤਾਂ ਮਤਲਬ ਕਿ ਇਹਨਾਂ ਚਾਰਾਂ ਦੇ ਵਿੱਚੋਂ ਕਿਸ ਦੇ ਸੰਵਿਧਾਨ ਤੋਂ ਆਪਾਂ ਬਚੀਆਂ ਸ਼ਕਤੀਆਂ ਦਾ ਜੋ ਹੈ ਵਿਚਾਰ ਹੈ ਉਹ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤਾ ਸੀ। ਤਾਂ ਉਹ ਆਪਾਂ ਕੀਤਾ ਸੀ ਕੈਨੇਡਾ ਦੇ ਕੌਨਸਟੀਟਿਊਸ਼ਨ ਤੋਂ, ਕੈਨੇਡਾ ਦੇ ਸੰਵਿਧਾਨ ਤੋਂ। ਨੈਕਸਟ ਆਪਣੇ ਕੋਲ ਆਉਂਦਾ ਹੂ ਹੈਡਡ ਦੀ ਪ੍ਰੋਵਿੰਸ਼ੀਅਲ ਕੌਨਸਟੀਟਿਊਸ਼ਨ ਕਮੇਟੀ ਮਤਲਬ ਕਿ ਸੂਬਾਈ ਸੰਵਿਧਾਨ ਕਮੇਟੀ ਦੀ ਅਗਵਾਈ ਕਿਸਨੇ ਕੀਤੀ ਸੀ। ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕਿਸਨੇ ਕੀਤੀ ਸੀ ਜੀ ਸਰਦਾਰ ਵੱਲਭ ਭਾਈ ਪਟੇਲ ਜੀ ਨੇ ਕੀਤੀ ਸੀਗੀ ਸੂਬਾਈ ਸੰਵਿਧਾਨ ਕਮੇਟੀ ਦੀ ਅਗਵਾਈ। Who among the following was not a part of Constituent Assembly responsible to draft the Constitution? ਮਤਲਬ ਕਿ ਹੇਠ ਲਿਖਿਆਂ ਵਿੱਚੋਂ ਕੌਣ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਸੰਵਿਧਾਨ ਸਭਾ ਦਾ ਹਿੱਸਾ ਨਹੀਂ ਸੀ। ਤਾਂ ਮਹਾਤਮਾ ਗਾਂਧੀ ਜੀ ਜੋ ਸੀਗੇ ਇਹਨਾਂ ਦਾ ਹਿੱਸਾ ਨਹੀਂ ਸੀਗੇ। ਤਾਂ ਅਗਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ।
और वीडियो ਨੂੰ कर देना शेयर ताकि ਤੁਹਾਡੇ ਹੋਰ ਦੋਸਤਾਂ ਮਿੱਤਰਾਂ तक भी ਅੱਗੇ वीडियो पहुँच सके। The inaugural session of the Supreme Court of India took place on ਭਾਰਤ ਦੀ ਸੁਪਰੀਮ ਕੋਰਟ ਦਾ ਉਦਘਾਟਨ ਸੈਸ਼ਨ ਡੈਸ਼ ਨੂੰ ਹੋਇਆ ਸੀ। ਮਤਲਬ ਕਿ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਸੀਗੀ ਉਸ ਦਾ ਉਦਘਾਟਨ ਕਦੋਂ ਕੀਤਾ ਗਿਆ ਸੀ ਤਾਂ ਇਹ ਕੀਤਾ ਗਿਆ ਸੀਗਾ ਜੀ ਆਪਣੇ ਕੋਲੇ 28 ਜਨਵਰੀ ਨੂੰ 28 ਜਨਵਰੀ 1950 ਦੇ ਵਿੱਚ ਜੋ ਹੈ ਆਪਣੇ ਭਾਰਤ ਦੇ ਸੁਪਰੀਮ ਕੋਰਟ ਦਾ ਜੋ ਸੀਗਾ ਉਦਘਾਟਨ ਕੀਤਾ ਗਿਆ ਸੀਗਾ। 26 ਦੇ ਵਿੱਚ ਆਪਣੇ ਕੋਲੇ ਬਣ ਕੇ ਤਿਆਰ ਹੋ ਗਿਆ ਸੀ। 26 ਜਨਵਰੀ 1950 ਦੇ ਵਿੱਚ ਆਪਣੇ ਕੋਲੇ ਸੁਪਰੀਮ ਕੋਰਟ ਬਣ ਕੇ ਤਿਆਰ ਹੋ ਗਿਆ ਸੀ। 28 ਜਨਵਰੀ ਨੂੰ ਉਹਦਾ ਉਦਘਾਟਨ ਕੀਤਾ ਗਿਆ ਸੀ। ਨੈਕਸਟ ਆਪਣੇ ਕੋਲ ਆਉਂਦਾ ਵਿਚ ਆਰਟੀਕਲ ਆਫ ਦੀ ਕੌਨਸਟੀਟਿਊਸ਼ਨ ਡੀਲਸ ਵਿਦ ਦੀ ਸਿਟੀਜ਼ਨਸ਼ਿਪ ਆਫ ਪਰਸਨਸ ਕਮਿੰਗ ਟੂ ਇੰਡੀਆ ਫਰੋਮ ਪਾਕਿਸਤਾਨ। ਮਤਲਬ ਕਿ ਸੰਵਿਧਾਨ ਦੀ ਕਿਹੜੀ ਧਾਰਾ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਵਿਅਕਤੀਆਂ ਦੀ ਨਾਗਰਿਕਤਾ ਨਾਲ ਸੰਬੰਧਿਤ ਹੈ। ਤਾਂ ਇਹਦੇ ਵਿੱਚ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 6 ਜਿਹੜਾ ਕੀ ਹੈ, ਅਗਰ ਕੋਈ ਵੀ ਸਿਟੀਜ਼ਨ ਪਾਕਿਸਤਾਨ ਤੋਂ ਇੰਡੀਆ ਆਉਂਦਾ ਹੈ ਤਾਂ ਉਸ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ। ਇਹ ਲਿਖਿਆ ਹੋਇਆ ਆਰਟੀਕਲ ਨੰਬਰ 6 ਦੇ ਵਿੱਚ। 9 ਦੇ ਵਿੱਚ ਲਿਖਿਆ ਹੋਇਆ ਹੈ ਕਿ ਅਗਰ ਕੋਈ ਵੀ ਭਾਰਤ ਦੀ ਸਰਕਾਰ ਨੂੰ ਦੱਸੇ ਬਿਨਾਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲੈਂਦਾ ਹੈ ਕੋਈ ਭਾਰਤ ਦਾ ਨਾਗਰਿਕ ਤਾਂ ਉਸ ਦੀ ਭਾਰਤ ਦੀ ਨਾਗਰਿਕਤਾ ਜੋ ਹੈ ਇੰਡੀਆ ਦੀ ਨਾਗਰਿਕਤਾ ਜੋ ਹੈ ਉਹ ਖਤਮ ਕਰ ਦਿੱਤੀ ਜਾਵੇਗੀ। ਆਰਟੀਕਲ ਨੰਬਰ 21 ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਰਾਈਟ ਟੂ ਲਾਈਫ ਮਤਲਬ ਕਿ ਜਿਉਣ ਦਾ ਅਧਿਕਾਰ। ਅੱਗੇ ਚੱਲਦੇ ਹਾਂ। ਇਨ ਵਿਚ ਆਰਟੀਕਲ ਆਫ ਦੀ ਕੌਨਸਟੀਟਿਊਸ਼ਨ ਇਕੁਐਲਿਟੀ ਬਿਫੋਰ ਲਾਅ ਹੈਜ਼ ਬੀਨ ਮੈਂਸ਼ਨਡ। ਮਤਲਬ ਕਿ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਜ਼ਿਕਰ ਕੀਤਾ ਗਿਆ ਹੈ। ਤਾਂ ਅਗਰ ਇਹਦੇ ਵਿੱਚ ਆਪਾਂ ਐਲੀਮੀਨੇਸ਼ਨ ਮੈਥਡ ਵੀ ਲਾ ਕੇ ਦੇਖਦੇ ਹਾਂ ਤੇ 61 ਨੰਬਰ ਆਪਾਂ ਨੂੰ ਪਤਾ ਹੈ ਕਿ 61 ਨੰਬਰ ਜੋ ਹੈ ਇਹ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਨਾਲ ਰਿਲੇਟਡ ਹੈ। ਉਸ ਤੋਂ ਬਾਅਦ 43 ਨੰਬਰ ਆਰਟੀਕਲ ਜੋ ਹੈ ਆਪਣੇ ਕੋਲੇ ਇਹ ਹੈ ਵਰਕਰਸ ਦੀ ਦਿਹਾੜੀ ਦੇ ਨਾਲ ਮਤਲਬ ਕਿ ਵਰਕਰਸ ਦੀ ਵੇਜਸ ਦੇ ਨਾਲ, ਠੀਕ ਹੈ, ਮਜ਼ਦੂਰਾਂ ਦੀ ਦਿਹਾੜੀ ਨਾਲ ਰਿਲੇਟਡ ਹੈ। ਉਸ ਤੋਂ ਬਾਅਦ 51 ਨੰਬਰ ਆਰਟੀਕਲ ਆਪਣੇ ਕੋਲ ਆ ਜਾਂਦਾ ਹੈ ਪੀਸ ਐਂਡ ਸਿਕਿਉਰਿਟੀ ਦੇ ਨਾਲ ਰਿਲੇਟਡ ਆ ਜਾਂਦਾ। ਅਤੇ ਆਪਣਾ ਇਸ ਕੁਐਸਚਨ ਦਾ ਆਨਸਰ ਜੋ ਬਣ ਕੇ ਆਏਗਾ ਉਹ ਆਏਗਾ ਆਪਣੇ ਕੋਲੇ 14 ਨੰਬਰ ਆਰਟੀਕਲ ਜੋ ਹੈ ਉਹ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਜ਼ਿਕਰ ਕਰਦਾ ਹੈ। ਨੈਕਸਟ ਆਪਣੇ ਕੋਲ ਆਉਂਦਾ ਹੈ ਇਨ ਵਿਚ ਆਰਟੀਕਲ ਆਫ ਦੀ ਕੌਨਸਟੀਟਿਊਸ਼ਨ ਇਸ ਔਰ ਦੀ ਰਾਜ ਸਭਾ ਮੈਂਸ਼ਨਡ। ਮਤਲਬ ਕਿ ਰਾਜ ਸਭਾ ਦਾ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਜ਼ਿਕਰ ਕੀਤਾ ਗਿਆ ਹੈ। ਤਾਂ ਇੱਥੇ ਵੀ ਅਗਰ ਆਪਾਂ ਦੇਖਿਆ ਜਾਵੇ ਤਾਂ ਆਪਣੇ ਕੋਲ ਕੀ ਹੈ 80 ਨੰਬਰ ਆਰਟੀਕਲ ਜੋ ਹੈ ਇਸ ਦੇ ਵਿੱਚ ਆਪਣੇ ਕੋਲੇ ਰਾਜ ਸਭਾ ਦਾ ਜੋ ਹੈ ਉਹ ਜ਼ਿਕਰ ਕੀਤਾ ਗਿਆ ਹੈ। ਤਾਂ ਆਪਣੇ ਕੋਲੇ 79 ਨੰਬਰ ਆਰਟੀਕਲ ਦੇ ਵਿੱਚ ਆ ਜਾਂਦੀ ਹੈ ਪਾਰਲੀਮੈਂਟ ਔਰ 81 ਨੰਬਰ ਆਰਟੀਕਲ ਦੇ ਵਿੱਚ ਆ ਜਾਂਦੀ ਹੈ ਲੋਕ ਸਭਾ। ਇਨ ਵਿਚ ਆਰਟੀਕਲ ਆਫ ਦੀ ਕੌਨਸਟੀਟਿਊਸ਼ਨ ਅਟਾਰਨੀ ਜਨਰਲ ਆਫ ਇੰਡੀਆ ਹੈਜ਼ ਬੀਨ ਮੈਂਸ਼ਨਡ। ਤਾਂ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਭਾਰਤ ਦੇ ਅਟਾਰਨੀ ਜਨਰਲ ਦਾ ਜ਼ਿਕਰ ਕੀਤਾ ਗਿਆ ਹੈ। ਤਾਂ ਆਰਟੀਕਲ ਨੰਬਰ 76 ਨੰਬਰ ਆਰਟੀਕਲ ਦੇ ਵਿੱਚ ਭਾਰਤ ਦੇ ਅਟਾਰਨੀ ਜਨਰਲ ਆਫ ਇੰਡੀਆ ਦਾ ਜ਼ਿਕਰ ਕੀਤਾ ਗਿਆ ਹੈ। 32 ਨੰਬਰ ਆਰਟੀਕਲ ਜੋ ਹੈ ਇਹ ਆਪਣੇ ਕੋਲੇ ਆ ਜਾਂਦਾ ਜੀ ਆਪਣੇ ਸੰਵਿਧਾਨ ਦਾ ਹਾਰਟ ਐਂਡ ਸੋਲ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਾਰਟ ਐਂਡ ਸੋਲ, ਭਾਰਤ ਦੇ ਦਿਲ ਅਤੇ ਦਿਮਾਗ। ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼ ਜੋ ਨੇ ਆਪਣਾ 32 ਨੰਬਰ ਆਰਟੀਕਲ ਹੈ। ਔਰ 21 ਨੰਬਰ ਆਪਾਂ ਪਹਿਲਾਂ ਪੜ੍ਹਿਆ ਸੀ ਜਿਵੇਂ ਉਵੇਂ ਰਾਈਟ ਟੂ ਲਾਈਫ ਆਪਣਾ ਜਿਉਣ ਦਾ ਅਧਿਕਾਰ। ਔਰ 20 ਨੰਬਰ ਆਰਟੀਕਲ ਜੋ ਹੈ ਇਸ ਦੇ ਵਿੱਚ ਆ ਜਾਂਦਾ ਹੈ ਅਪਰਾਧ ਦੇ ਸਮੇਂ ਦੀ ਸਜ਼ਾ। ਅਪਰਾਧ ਦੇ ਸਮੇਂ ਦੀ ਸਜ਼ਾ ਮਤਲਬ ਕਿ ਜਿਸ ਸਮੇਂ 'ਤੇ ਕੋਈ ਵੀ ਅਪਰਾਧ ਕੀਤਾ ਹੋਵੇ, ਠੀਕ ਹੈ, ਅਗਰ ਕਿਸੇ ਨੇ ਮੰਨ ਲਓ 21 ਤਾਰੀਖ ਨੂੰ ਅਪਰਾਧ ਕੀਤਾ ਹੈ ਔਰ 22 ਤਾਰੀਖ ਨੂੰ ਜੋ ਹੈ ਉਸ ਅਪਰਾਧ ਦੇ ਰੂਲਸ ਚੇਂਜ ਹੋ ਜਾਂਦੇ ਨੇ ਤਾਂ ਉਸ ਨੂੰ ਜੋ ਹੈ 21 ਤਾਰੀਖ ਨੂੰ ਅਗਰ ਉਹਨੇ ਅਪਰਾਧ ਕੀਤਾ ਹੈ ਤਾਂ ਜਿਸ ਟਾਈਮ ਉਸਨੇ ਅਪਰਾਧ ਕੀਤਾ ਜੋ ਰੂਲ ਉਸ ਟਾਈਮ 'ਤੇ ਚੱਲ ਰਿਹਾ ਸੀ ਉਹਨੂੰ ਉਸੇ ਰੂਲ ਦੇ ਹਿਸਾਬ ਨਾਲ ਸਜ਼ਾ ਮਿਲੇਗੀ, ਚਾਹੇ ਉਹਨੂੰ ਉਹ ਸਜ਼ਾ 4 ਦਿਨ ਬਾਅਦ ਹੀ ਕਿਉਂ ਨਾ ਦਿੱਤੀ ਜਾਵੇ। ਇਨ ਵਿਚ ਆਰਟੀਕਲ ਆਫ ਦੀ ਕੌਨਸਟੀਟਿਊਸ਼ਨ ਦੀ ਪਾਵਰ ਆਫ ਦੀ ਗਵਰਨਰ ਟੂ ਇਸ਼ੂ ਆਰਡੀਨੈਂਸ ਹੈਜ਼ ਬੀਨ ਟੋਲਡ। ਤਾਂ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਆਰਡੀਨੈਂਸ ਜਾਰੀ ਕਰਨ ਦੀ ਰਾਜਪਾਲ ਦੀ ਸ਼ਕਤੀ ਦੱਸੀ ਗਈ ਹੈ। ਤਾਂ ਰਾਜਪਾਲ ਜੋ ਹੁੰਦਾ ਹੈ ਮਤਲਬ ਕਿ ਸਟੇਟ ਦਾ ਗਵਰਨਰ ਜੋ ਹੁੰਦਾ ਹੈ ਉਹ 213 ਨੰਬਰ ਆਰਟੀਕਲ ਦੇ ਅੰਦਰ ਜੋ ਹੈ ਆਪਣੇ ਕੋਲੇ ਆਰਡੀਨੈਂਸ ਜਾਰੀ ਕਰ ਸਕਦਾ ਹੈ। ਔਰ ਆਰਡੀਨੈਂਸ ਜੋ ਹੁੰਦੀ ਹੈ ਉਹ ਪ੍ਰੈਜ਼ੀਡੈਂਟ ਵੀ ਜਾਰੀ ਕਰ ਸਕਦਾ ਹੈ। ਪ੍ਰੈਜ਼ੀਡੈਂਟ ਕਿਹੜੇ ਆਰਟੀਕਲ ਦੇ ਅੰਦਰ ਕਰਦਾ ਹੈ, ਉਹ ਕਰਦਾ ਹੈ 123 ਨੰਬਰ ਆਰਟੀਕਲ ਦੇ ਅੰਦਰ ਆਰਡੀਨੈਂਸ ਜਾਰੀ ਕਰਦਾ ਹੈ ਪ੍ਰੈਜ਼ੀਡੈਂਟ। ਇਨ ਵਿਚ ਆਰਟੀਕਲ ਆਫ ਦੀ ਕੌਨਸਟੀਟਿਊਸ਼ਨ ਦੀ ਡਿਵੀਜ਼ਨ ਆਫ ਵਰਕ ਬਿਟਵੀਨ ਦੀ ਐਗਜ਼ੀਕਿਊਟਿਵ ਐਂਡ ਦੀ ਜੁਡੀਸ਼ਰੀ ਹੈਜ਼ ਬੀਨ ਟੋਲਡ। ਤਾਂ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚਕਾਰ ਕੰਮ ਦੀ ਵੰਡ ਨੂੰ ਦੱਸਿਆ ਗਿਆ ਹੈ। ਤਾਂ ਆਰਟੀਕਲ ਨੰਬਰ 50 ਜੋ ਹੈ ਇਹ ਆਪਣੇ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਨੂੰ ਵੱਖ-ਵੱਖ ਕਰਦੀ ਹੈ।
ਵਿਚ ਆਰਟੀਕਲ ਆਫ ਦੀ ਕੌਨਸਟੀਟਿਊਸ਼ਨ ਸਟੇਟਸ ਦੈਟ ਦੀ ਵਾइस ਪ੍ਰੈਜ਼ੀਡੈਂਟ ਆਫ ਇੰਡੀਆ ਵਿਲ ਬੀ ਦੀ ਐਕਸ ਓਫੀਸ਼ੀਓ ਚੇਅਰਮੈਨ ਆਫ ਰਾਜ ਸਭਾ। ਮਤਲਬ ਕਿ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਕਿਹਾ ਗਿਆ ਹੈ ਕਿ ਭਾਰਤ ਦਾ ਉਪ ਰਾਸ਼ਟਰਪਤੀ ਜੋ ਹੈ ਉਹ ਰਾਜ ਸਭਾ ਦਾ ਕਾਰਜਕਾਰੀ ਚੇਅਰਮੈਨ ਹੋਵੇਗਾ। ਤਾਂ ਇੱਥੋਂ ਅਗਰ ਆਪਾਂ ਦੇਖਣਾ ਹੋਵੇ ਤਾਂ ਆਪਾਂ ਐਲੀਮੀਨੇਸ਼ਨ ਮੈਥਡ ਲਾ ਕੇ ਦੇਖ ਸਕਦੇ ਹਾਂ ਕਿ ਆਪਣਾ ਜੋ ਉਪ ਰਾਸ਼ਟਰਪਤੀ ਹੁੰਦਾ ਹੈ, ਵਾइस ਪ੍ਰੈਜ਼ੀਡੈਂਟ ਜੋ ਹੁੰਦਾ ਹੈ, ਉਹ ਆਪਣੇ ਕੋਲੇ 62 ਨੰਬਰ ਆਰਟੀਕਲ ਤੋਂ ਲੈ ਕੇ 70 ਤੋਂ 71 ਤੱਕ ਜੋ ਹੈ ਆਪਣੇ ਕੋਲੇ ਵਾइस ਪ੍ਰੈਜ਼ੀਡੈਂਟ ਹੁੰਦਾ ਹੈ। ਤਾਂ ਅਗਰ ਦੇਖਿਆ ਜਾਵੇ ਤਾਂ 62 ਤੋਂ ਲੈ ਕੇ 70 ਤੋਂ 71 ਦੇ ਅੰਦਰ ਅੰਦਰ ਆਪਣੇ ਕੋਲ ਸਿਰਫ ਇੱਕੋ ਹੀ ਆਉਂਦਾ ਹੈ 64 ਨੰਬਰ ਆਰਟੀਕਲ। ਤਾਂ ਇਸ ਦੇ ਅੰਦਰ ਜੋ ਹੈ ਇਹ ਦੱਸਿਆ ਗਿਆ ਹੈ ਕਿ ਜਿਹੜਾ ਭਾਰਤ ਦਾ ਉਪ ਰਾਸ਼ਟਰਪਤੀ ਹੁੰਦਾ ਹੈ ਉਹ ਰਾਜ ਸਭਾ ਦਾ ਕਾਰਜਕਾਰੀ ਚੇਅਰਮੈਨ ਵੀ ਹੁੰਦਾ ਹੈ। ਇਨ ਵਿਚ ਆਰਟੀਕਲ ਆਫ ਦੀ ਕੌਨਸਟੀਟਿਊਸ਼ਨ हैज़ बीन टोल्ड अबाउट दी इलैक्टोरल कॉलेज ऑफ दी प्रेजिडेंट। मतलब कि संविधान की किहड़ी धारा विच राष्ट्रपति के इलैक्टोरल कॉलेज बारे दस्सिया गया है। इत्थों भी अगर आप देखिए तो अपने कोले अपने आर्टिकल के भारत के संविधान के अंदर जो प्रेजिडेंट की पोस्ट है वो अपने कोल 52 नंबर आर्टिकल तो लैके 61 नंबर आर्टिकल तक होंदी है। तो इस दे अंदर अगर कोई आता है तो अपने को आ रहा है 54 नंबर आर्टिकल। तो 54 नंबर आर्टिकल जो है अपना सही आंसर होएगा। इस दे विच अपने को की दस्सिया गया है भारत के इलैक्टोरल कॉलेज बारे दस्सिया गया है। 52 नंबर आर्टिकल दे विच यह होंदा है कि भारत का एक प्रेजिडेंट होएगा। 53 नंबर आर्टिकल दे विच अपने कोले प्रेजिडेंट दीयां शक्तियां दस्सियां होंदियां ने कि एक एग्जीक्यूटिव हैड होंदा है। और 54 नंबर आप तुहानूं दस चुके हैं कि इहदे विच इलैक्टोरल कॉलेज बारे गल होंदी है। इन विच आर्टिकल ऑफ द कॉन्स्टिट्यूशन दी प्रोविजन फॉर फॉर्मेशन ऑफ ग्राम पंचायत हैज़ बीन मैंशन। मतलब कि संविधान की किहड़ी धारा विच ग्राम पंचायतां दे गठन की व्यवस्था का जिक्र किया गया है। तो ग्राम पंचायतां का जो जिक्र है वो होंदा है जी 40 नंबर आर्टिकल के अंदर। 51 नंबर आर्टिकल जिवें कि आपां पहलां पढ़िया सी, इहदे विच होंदी है पीस एंड सिक्योरिटी।